ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 11ਵੀਂ ਕਲਾਸ ਦੀ ਕਿਤਾਬ ਵੈਲਕਮ ਲਾਈਫ ਸਵਾਗਤ ਜ਼ਿੰਦਗੀ ਤੇ ਉਹਦਾ ਪੰਜਵਾਂ ਪਾਠ ਜੋ ਕਿ ਹੈ ਅਵੇਅਰਨੈਸ ਅਗੇਂਸਟ ਈਵਲਸ ਬੁਰਾਈਆਂ ਵਿਰੁੱਧ ਜਾਗਰੂਕਤਾ in the context of drugs ਹੁਣੇ ਬੁਰਾਈਆਂ ਕਿਹੜੀਆਂ ਨੇ ਜਿਨ੍ਹਾਂ ਬਾਰੇ ਆਪਾਂ ਗੱਲ ਕਰਾਂਗੇ ਜਾਗਰੂਕਤਾ ਫੈਲਾਵਾਂਗੇ ਇਹ ਹੈਗੀ ਹੈ ਡਰੱਗਸ ਬਾਰੇ ਚੈਪਟਰ ਡਰੱਗਸ ਯਾਨੀ ਕਿ ਨਸ਼ਿਆਂ ਬਾਰੇ तो चलो शुरू करते हैं इस चैप्टर के उद्देश्य की ने ऑब्जेक्टिव्स की ने नंबर 1 टू क्रिएट अ हेल्दी सोसाइटी बाय क्रिएटिंग अवेयरनेस अगेंस्ट ईवल्स इन द सोसाइटी समाज दे विच जेड़ियां बुराइयां हैगियां ने या जेड़े नशे चल रहे ने उन्हां बारे लोकां विच जागरूकता पैदा करनी सेकंड to develop a mutual constructive role of parents and students in a healthy society ਇੱਕ ਸਿਹਤਮੰਦ ਸਮਾਜ ਦੇ ਵਿੱਚ ਮਾਪਿਆਂ ਅਤੇ ਵਿਦਿਆਰਥੀਆਂ ਦੀ ਆਪਸੀ ਜਿਹੜੀ ਰਿਸ਼ਤਾ ਹੈਗਾ ਉਹਨੂੰ ਡੂੰਘਾ ਕਰਨਾ ਤੇ ਉਹਨਾਂ ਦੇ ਰਿਸ਼ਤੇ ਦੇ ਨਾਲ ਇੱਕ ਵੱਡੀ ਭੂਮਿਕਾ ਨਿਭਾਉਣਾ ਤਾਂ ਕਿ ਇੱਕ ਸਿਹਤਮੰਦ ਸਮਾਜ ਜਿਹੜਾ ਹੈ ਉਹ ਉਸਾਰਿਆ ਜਾ ਸਕੇ ਥਰਡ motivate to maintain one's mental, psychophysical and socio-cultural balance even after gaining popularity ਕਿਸੇ ਦੇ ਵੀ ਮਾਨਸਿਕ ਮਨੋਸ਼ਰੀਰਿਕ ਤੇ ਸਮਾਜਿਕ ਸੱਭਿਆਚਾਰਿਕ ਜਿਹੜੇ ਸੰਤੁਲਨ ਹੈਗੇ ਨੇ ਉਹਨਾਂ ਨੂੰ ਬਣਾਈ ਰੱਖਣਾ ਬੇਸ਼ੱਕ ਕੋਈ ਕਿੰਨੀ ਵੀ ਪ੍ਰਸਿੱਧੀ ਹਾਸਲ ਕਰ ਲੇ ਪਰ ਇਨਸਾਨ ਨੂੰ ਜਾਗਰੂਕ ਕਰਨਾ ਕਿ ਇਹਨਾਂ ਸਾਰਿਆਂ ਦੇ ਵਿੱਚ ਸੰਤੁਲਨ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਤੁਸੀਂ ਆ ਦੇਖ ਸਕਦੇ ਹੋ ਵੀ ਅੱਜਕੱਲ ਬਹੁਤ ਸਾਰੇ ਨਸ਼ੇ ਚੱਲ ਰਹੇ ਨੇ ਵੱਖੋ ਵੱਖ ਤੇ ਬੱਚੇ ਬਹੁਤ ਟੈਨਸ਼ਨ ਦੇ ਵਿੱਚ ਆਏ ਹੁੰਦੇ ਨੇ ਇੱਥੇ ਲਿਖਿਆ ਡਿਸਟਰਕਸ਼ਨ ਕਾਜ਼ਡ ਬਾਈ ਡਰੱਗਸ ਯਾਨੀ ਨਸ਼ਿਆਂ ਕਾਰਨ ਕਿੰਨਾ ਵਿਨਾਸ਼ ਹੋਇਆ ਬੱਚਾ ਕੱਲਾ ਰਹਿ ਗਿਆ ਤੇ ਇੱਥੇ ਬਣਾਈ ਹੋਈ ਹੈ ਤਸਵੀਰ ਇੱਕ ਪ੍ਰੋਸਪਰਸ ਲਾਈਫ ਦੀ ਕਹਿਣ ਦਾ ਮਤਲਬ ਇੱਕ ਖੁਸ਼ਹਾਲ ਜ਼ਿੰਦਗੀ ਬਾਰੇ ਤੇ ਤੁਸੀਂ ਕਿਹੜੀ ਤਸਵੀਰ ਦੇ ਵਿੱਚ ਹੱਕ ਦੇ ਵਿੱਚ ਹੈਗੇ ਹੋ ਪਹਿਲੀ ਵਾਲੀ ਜਾਂ ਦੂਜੀ ਵਾਲੀ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਹੁਣ ਆਪਾਂ ਅੱਗੇ ਚੱਲਦੇ ਹਾਂ A drug-free society is a prosperous society in itself ਨਸ਼ਾ ਮੁਕਤ ਸਮਾਜ ਆਪਣੇ ਆਪ ਦੇ ਵਿੱਚ ਇੱਕ ਖੁਸ਼ਹਾਲ ਸਮਾਜ ਹੈਗਾ living in such a society is an indication of overall well-being ਅਜਿਹੇ ਸਮਾਜ ਵਿੱਚ ਰਹਿਣਾ ਹੀ ਆਪਾਂ ਇਹ ਕਹਿ ਸਕਦੇ ਹਾਂ ਸਰਬੱਤ ਦੇ ਭਲੇ ਦਾ ਇੱਕ ਸੂਚਕ ਹੈਗਾ ਇੱਕ ਇੰਡੀਕੇਟਰ ਹੈਗਾ abusing any drug is harmful to the mind body and society because it is the weakness of the mind that draws a person towards drugs ਬੜੀ ਵਧੀਆ ਗੱਲ ਕਹੀ ਗਈ ਹੈ ਵੀ ਕਿਸੇ ਵੀ ਨਸ਼ੇ ਦਾ ਸੇਵਨ ਕਰਨਾ ਇਹ ਮਨ ਸਰੀਰ ਜਾਂ ਸਮਾਜ ਲਈ ਨੁਕਸਾਨਦਾਇਕ ਹੁੰਦਾ ਹੈ ਕਿਉਂਕਿ ਇਹ ਮਨ ਦੀ ਇੱਕ ਕਮਜ਼ੋਰੀ ਹੈ ਕਿ ਮਨੁੱਖ ਨੂੰ ਨਸ਼ਿਆਂ ਵੱਲ ਖਿੱਚਦੀ ਹੈਗੀ ਹੈ and a drunkard tries to present drugs as medicines in order to justify himself ਤੇ ਜਿਹੜਾ ਸ਼ਰਾਬੀ ਹੈਗਾ ਉਹ ਆਪਣੇ ਆਪ ਨੂੰ ਸਹੀ ਠਹਿਰਾਉਣ ਦੇ ਲਈ ਨਸ਼ਿਆਂ ਨੂੰ ਦਵਾਈਆਂ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਵੀ ਇਹ ਨਸ਼ੇ ਥੋੜੀ ਇਹ ਤਾਂ ਦਵਾਈਆਂ ਨੇ In medical science, scientists have also proved that no drug is ever good for health. ਤੇ ਮੈਡੀਕਲ ਸਾਇੰਸ ਕਹਿਣ ਦਾ ਮਤਲਬ ਜਿੱਥੇ ਦਵਾਈਆਂ ਬਣਦੀਆਂ ਨੇ ਉਹ ਵਾਲਾ ਖੇਤਰ ਸਾਇੰਸ ਦਾ ਉਸ ਦੇ ਵਿੱਚ ਵੀ ਜਿਹੜੇ ਵਿਗਿਆਨੀ ਹੈਗੇ ਨੇ ਵਿਗਿਆਨਿਕਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਕੋਈ ਵੀ ਡਰੱਗ ਜਿਹੜਾ ਹੈ ਉਹ ਸਿਹਤ ਦੇ ਲਈ ਵਧੀਆ ਨਹੀਂ ਹੁੰਦਾ ਚੰਗਾ ਨਹੀਂ ਹੁੰਦਾ ਔਨ ਦ ਕੰਟਰੀ ਸਗੋਂ ਇਸ ਤੋਂ ਉਲਟ it can have detrimental effect on many parts of the body such as the heart, brain, liver, kidneys, stomach and so on. ਇਹ ਜਿਹੜਾ ਡਰੱਗ ਹੈਗਾ ਇਹ ਸਿਹਤ ਦੇ ਕਈ ਹਿੱਸਿਆਂ ਤੇ ਬਹੁਤ ਗੰਦਾ ਅਸਰ ਕਰ ਸਕਦਾ ਹੈ ਜਿਵੇਂ ਕਿ ਦਿਲ ਹੋ ਗਿਆ ਦਿਮਾਗ ਹੋ ਗਿਆ ਜਿਗਰਾ ਹੋ ਗਿਆ ਸਾਡਾ ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਸਾਡੀ ਕਿਡਨੀਜ਼ ਹੋ ਗਈ ਪੇਟ ਹੋ ਗਿਆ ਸਾਡਾ ਠੀਕ ਹੈ ਹੋਰ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਉੱਤੇ ਬਹੁਤ ਨੁਕਸਾਨਦੇਹ ਪ੍ਰਭਾਵ ਇਹਦਾ ਪੈ ਸਕਦਾ ਹੈ ਅੱਗੇ ਚੱਲਦੇ ਹਾਂ The habit of taking drugs is called intoxication ਤੇ ਜਿਹੜੀ ਨਸ਼ਿਆਂ ਲੈਣ ਦੀ ਜਿਹੜੀ ਆਦਤ ਹੁੰਦੀ ਹੈ ਉਸਨੂੰ intoxication ਕਹੀਦਾ ਹੈ A person who habitually becomes addicted to some or the other drug in his daily life is called an addict by the society
ਤੇ ਜਿਹੜਾ ਵਿਅਕਤੀ ਆਪਣੇ ਰੋਜ਼ਾਨਾ ਜੀਵਨ ਵਿੱਚ ਕਿਸੇ ਨਾ ਕਿਸੇ ਨਸ਼ੇ ਦਾ ਆਦੀ ਹੋ ਜਾਂਦਾ ਹੈ, ਉਸ ਨੂੰ ਸਮਾਜ ਵਜੋਂ ਇੱਕ ਨਸ਼ੇੜੀ ਕਿਹਾ ਜਾਂਦਾ ਹੈ ਨਾ, ਐਡਿਕਟ ਕਿਹਾ ਜਾਂਦਾ ਹੈ, ਜਿਹਨੂੰ ਲੱਤ ਲੱਗੀ ਹੋਈ ਹੈ। Such people use alcohol, smack, poppy husk, opium, poppy powder, marijuana, cannabis, painkillers as drugs। ਤੇ ਅਜਿਹੇ ਲੋਕ ਸ਼ਰਾਬ ਹੋ ਗਿਆ, ਸਮੈਕ, ਭੁੱਕੀ, ਅਫੀਮ, ਭੰਗ, ਇਹ ਜੀਆਂ ਬਹੁਤ ਸਾਰੀਆਂ ਨਸ਼ੇ ਜਿਹੜੀ ਹੁੰਦੇ ਨੇ ਉਹ ਲੈਂਦੇ ਨੇ ਜਾਂ ਫਿਰ ਦਵਾਈਆਂ ਲੈ ਲੈਂਦੇ ਨੇ ਨਸ਼ੇ ਵਜੋਂ। In addition to this, synthetic drugs are spreading like wildfire। ਇਸ ਤੋਂ ਇਲਾਵਾ ਜਿਹੜੇ ਸਿੰਥੈਟਿਕ ਨਸ਼ੇ ਨੇ ਉਹ ਅੱਗ ਵਾਂਗ ਫੈਲ ਰਹੇ ਨੇ। ਜਿਵੇਂ ਜੰਗਲ ਵਿੱਚ ਅੱਗ ਲੱਗ ਜਾਂਦੀ ਹੈ ਤੇ ਉਹਨੂੰ ਰੋਕਣਾ ਮੁਸ਼ਕਲ ਹੋ ਜਾਂਦਾ ਹੈ ਨਾ, ਇਵੇਂ ਹੀ ਸਿੰਥੈਟਿਕ ਡਰੱਗਸ, ਕਹਿਣ ਦਾ ਮਤਲਬ ਜਿਹੜੇ ਫੈਕਟਰੀਆਂ ਦੇ ਵਿੱਚ ਨਸ਼ੇ ਬਣਦੇ ਨੇ ਅੱਜ ਕੱਲ, ਉਹ ਬੱਚੇ ਜਿਹੜੇ ਹੈਗੇ ਨੇ ਉਹ ਖਾ ਪੀ ਰਹੇ ਨੇ ਇਹ ਜਿਹੇ ਨਸ਼ਿਆਂ ਨੂੰ। It has led to immortality, inhumane behavior, fights, family conflicts, mental illness, economic devastation in the society, accidents, boredom of life, socio-cultural imbalances, and this is the deadliest aspect of human culture। ਤੇ ਜਿਹੜੇ ਨਸ਼ੇ ਹੋ ਰਹੇ ਨੇ ਇਹਨਾਂ ਕਰਕੇ ਜਿਹੜੀ ਜ਼ਿੰਦਗੀ ਹੈਗੀ ਹੈ ਉਹ ਇਦਾਂ ਲੱਗਦਾ ਹੈ ਵੀ ਹੁਣ ਤਾਂ ਖਤਮ ਹੀ ਨਹੀਂ ਹੋਣੀ। ਇਮੋਰਟਲ ਦਾ ਮਤਲਬ ਹੁੰਦਾ ਹੈ ਜੋ ਕਦੇ ਵੀ ਮਰੇ ਨਾ, ਹੈ ਨਾ। ਨਸ਼ੇ ਕਰੀ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਵੀ ਅਸੀਂ ਤਾਂ ਖਤਮ ਹੋਣਾ ਨਹੀਂ ਹੈ। ਇਨਹਿਊਮਨ ਬਿਹੇਵੀਅਰ ਦਾ ਮਤਲਬ ਜਿਹੜਾ ਮਨੁੱਖੀ ਵਿਵਹਾਰ ਹੈ ਉਹ ਬਦਲਦਾ ਜਾ ਰਿਹਾ, ਮਤਲਬ ਇਨਸਾਨ ਵਾਂਗ ਨਹੀਂ ਪੇਸ਼ ਆਉਂਦੇ ਲੋਕਾਂ ਅੱਗੇ। ਇਨਹਿਊਮਨ ਦਾ ਮਤਲਬ ਜਾਨਵਰਾਂ ਵਾਂਗ ਬਿਹੇਵ ਆਉਂਦੇ ਨੇ ਨਸ਼ੇ ਕਰਕੇ, ਲੜਾਈਆਂ ਕਰਦੇ ਨੇ, ਫੈਮਿਲੀ ਘਰ ਦੇ ਵਿੱਚ ਝਗੜੇ ਹੁੰਦੇ ਨੇ, ਮਾਰ ਕੁਟਾਈ ਹੁੰਦੀ ਹੈ, ਪੈਸੇ ਕਰਕੇ ਲੜਾਈ ਹੁੰਦੀ ਹੈ, ਮਾਨਸਿਕ ਬਿਮਾਰੀ ਹੋ ਜਾਂਦੀ ਹੈ। ਪੈਸੇ ਕਿੰਨੇ ਖਰਾਬ ਹੁੰਦੇ ਨੇ ਕਿਉਂਕਿ ਜਦ ਨਸ਼ੇ ਲੈਂਦੇ ਉਹ ਕੰਮ ਨਹੀਂ ਕਰਦੇ, ਪੈਸੇ ਚਾਹੀਦੇ ਹੁੰਦੇ ਨੇ, ਠੀਕ ਹੈ। ਸਮਾਜ ਦੇ ਵਿੱਚ ਇਹ ਸਾਰੀ ਤਬਾਹੀ ਮਚ ਰਹੀ ਹੈ। ਇਸ ਤੋਂ ਇਲਾਵਾ ਐਕਸੀਡੈਂਟਸ ਹੋ ਜਾਂਦੇ ਨੇ, ਹੈ ਨਾ। ਜ਼ਿੰਦਗੀ ਬੋਰ ਲੱਗਦੀ ਹੈ ਵੀ ਆ ਕੀ ਚੱਲ ਰਿਹਾ ਜ਼ਿੰਦਗੀ ਦੇ ਵਿੱਚ, ਤਾਂ ਕੁਝ ਹੋ ਹੀ ਨਹੀਂ ਰਿਹਾ, ਕਿਉਂਕਿ ਜਦ ਤੁਸੀਂ ਨਸ਼ੇ ਕਰਕੇ ਪਏ ਰਹੋਗੇ ਤੁਹਾਡੀ ਕੁਝ ਹੋਰ ਕਰਨ ਦੀ ਤਾਂ ਹਿੰਮਤ ਹੋਏਗੀ ਨਹੀਂ। ਐਂਡ ਸੋਸ਼ੀਓ ਕਲਚਰਲ ਇੰਬੈਲੈਂਸਿਸ, ਕਹਿਣ ਦਾ ਮਤਲਬ ਸਮਾਜਿਕ ਸੱਭਿਆਚਾਰਿਕ ਜਿਹੜਾ ਅਸੰਤੁਲਨ ਹੈਗਾ ਉਹ ਵੱਧਦਾ ਜਾ ਰਿਹਾ ਹੈ। ਤੇ ਇਹ ਸਭ ਤੋਂ ਘਾਤਕ ਜਿਹੜਾ ਹਿੱਸਾ ਹੈਗਾ ਮਨੁੱਖੀ ਸੱਭਿਆਚਾਰ ਦਾ ਉਹ ਦਿਖਾਈ ਦੇ ਰਿਹਾ। With medical treatment, social consciousness, a healthy society, good company, and strong determination, one can save oneself from the ill effects of drugs or get rid of it। ਇੱਕ ਤਾਂ ਡਾਕਟਰੀ ਇਲਾਜ ਹੋ ਗਿਆ, ਸਮਾਜਿਕ ਮਤਲਬ ਕੌਨਸ਼ੀਅਸਨੈਸ ਵੀ, ਸਮਾਜ ਬਾਰੇ ਤੁਹਾਨੂੰ ਆਪ ਨੂੰ ਜਾਗਰੂਕਤਾ ਹੋਏ ਤੇ ਸਮਾਜ ਤੁਹਾਡਾ ਸਾਥ ਦੇਵੇ, ਤੁਹਾਨੂੰ ਪਤਾ ਹੈ ਤੁਹਾਡਾ ਕੀ ਰੋਲ ਹੈਗਾ ਸਮਾਜ ਦੇ ਵਿੱਚ। ਤੇ ਨਾਲ ਦੀ ਨਾਲ ਇੱਕ ਹੈਲਦੀ ਸੁਸਾਇਟੀ ਜਿਹਦੇ ਵਿੱਚ ਜਿਹੜੇ ਰਿਸ਼ਤੇ ਹੈਗੇ ਨੇ ਉਹ ਆਪਸੀ ਸਾਂਝ ਦੇ ਨਾਲ ਬਣੇ ਹੋਏ ਨੇ, ਵਧੀਆ ਕੰਪਨੀ ਹੋਏ, ਹੈ ਨਾ, ਚੰਗੀ ਸੰਗਤ ਹੋਏ ਬੰਦੇ ਦੀ, ਤੇ ਸਟਰੋਂਗ ਡਿਟਰਮੀਨੇਸ਼ਨ ਯਾਨੀ ਦ੍ਰਿੜ ਇਰਾਦਾ ਹੋਏ। ਇਹ ਸਾਰਿਆਂ ਨਾਲ ਇੱਕ ਜਿਹੜਾ ਵਿਅਕਤੀ ਹੈ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਹੈਗੇ ਨੇ ਉਹਨਾਂ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ। This is the real purpose of this activity, ਸਟੋਰੀ ਓਰੀਐਂਟਡ ਐਕਟੀਵਿਟੀ। ਤੇ ਇੱਥੇ ਆਪਾਂ ਜਿਹੜੀ ਕਹਾਣੀ ਪੜਾਂਗੇ ਉਹ ਕਹਾਣੀ ਪੜਨ ਦਾ ਮੇਨ ਮਕਸਦ ਇਹੀ ਹੈਗਾ ਵੀ ਸਾਨੂੰ ਪਤਾ ਲੱਗੇ ਵੀ ਅਸੀਂ ਕਿਵੇਂ ਆਪਣੇ ਆਪ ਨੂੰ ਮੁਕਤ ਕਰ ਸਕਦੇ ਇਹਨਾਂ ਸਾਰੀਆਂ ਚੀਜ਼ਾਂ ਤੋਂ, ਨਸ਼ਿਆਂ ਤੋਂ। Awareness is created through the story as to how a family can be destroyed by someone who comes under the influence of drugs ਜਾਂ alcohol by falling into bad company। ਤੇ ਇੱਥੇ ਦੱਸਿਆ ਗਿਆ ਹੈ ਕਿ ਇਸ ਗਤੀਵਿਧੀ ਰਾਹੀਂ, ਕਹਾਣੀ ਰਾਹੀਂ, ਕਿ ਇੱਕ ਜਿਹੜਾ ਆਦਮੀ ਹੈਗਾ ਉਹ ਕਿਸ ਤਰੀਕੇ ਦੇ ਨਾਲ ਆਪਣਾ ਪੂਰਾ ਪਰਿਵਾਰ ਖਤਮ ਕਰ ਦਿੰਦਾ ਹੈ। ਕਿਉਂਕਿ ਉਹ ਸ਼ਰਾਬ ਦੇ ਪ੍ਰਭਾਵ ਦੇ ਵਿੱਚ ਆ ਗਿਆ ਸੀ, ਨਸ਼ੇ ਕਰਨੇ ਲੱਗ ਗਿਆ ਸੀ, ਕਿਉਂਕਿ ਉਹਦੀ ਜਿਹੜੀ ਸੰਗਤ ਸੀ ਉਹ ਵੀ ਖਰਾਬ ਸੀਗੀ। ਥਰੂ ਐਂਟੀ ਡਰਗ ਅਵੇਅਰਨੈਸ ਤੇ ਨਸ਼ਾ ਵਿਰੋਧੀ ਜਾਗਰੂਕਤਾ ਰਾਹੀਂ, this activity gives an inspiring lesson about good home environment। ਇਹ ਗਤੀਵਿਧੀ ਇੱਕ ਚੰਗੇ ਘਰੇਲੂ ਮਾਹੌਲ ਬਾਰੇ ਅਵੇਅਰਨੈਸ ਦੱਸਦੀ ਹੈ, ਰਿਸਪੌਂਸਿਬਲ ਪੈਰੈਂਟਿੰਗ, ਜ਼ਿੰਮੇਵਾਰ ਪਾਲਣ ਪੋਸ਼ਣ ਬਾਰੇ ਦੱਸਦੀ ਹੈ, ਐਂਡ abstinence from drugs like alcohol, ਤੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਵੀ ਸਾਨੂੰ ਪ੍ਰੇਰਨਾ ਦਿੰਦੀ ਹੈ। ਚਲੋ ਸ਼ੁਰੂ ਕਰਦੇ ਹਾਂ। ਐਕਟੀਵਿਟੀ 1, ਕੁਇਜ਼ ਇੰਟਰੈਕਸ਼ਨ। ਸਾਨੂੰ ਪਹਿਲੇ ਕੁਇਜ਼ ਦਿੱਤੇ ਹੋਏ ਨੇ ਇੱਥੇ।
ਬਿਫੋਰ ਕੰਡਕਟਿੰਗ ਦਿਸ ਸਟੋਰੀ ਸੈਂਟਰਡ ਐਕਟੀਵਿਟੀ, ਵੀ ਕਹਾਣੀ ਦੇ ਨਾਲ ਜਿਹੜੀ ਗਤੀਵਿਧੀ ਹੈਗੀ ਹੈ ਉੱਥੇ ਚੱਲਣ ਤੋਂ ਪਹਿਲਾਂ the teacher will ask some questions to the students to be answered through mutual interactions. ਅਧਿਆਪਕ ਵਿਦਿਆਰਥੀਆਂ ਨੂੰ ਕੁਝ ਸਵਾਲ ਪੁੱਛਣਗੇ ਜਿਨ੍ਹਾਂ ਦਾ ਉਹ ਜਵਾਬ ਆਪਸੀ ਗੱਲਬਾਤ ਰਾਹੀਂ ਦੇ ਸਕਦੇ ਨੇ. The students will answer the questions honestly and unhesitatingly. ਵੀ ਬੱਚੇ ਜਿਹੜੇ ਨੇ ਇਹਨਾਂ ਸਵਾਲਾਂ ਦੇ ਜਵਾਬ ਇਮਾਨਦਾਰੀ ਦੇ ਨਾਲ ਤੇ ਬੇਝਿਜਕ ਹੋ ਕੇ ਦੇਣਗੇ. ਜਿਵੇਂ ਪਹਿਲਾ ਸਵਾਲ, what is alcohol? ਸ਼ਰਾਬ ਕੀ ਹੈ? ਫੈਸ਼ਨ ਹੈ, ਮੈਡੀਸਿਨ ਦਵਾਈ ਹੈਗੀ ਹੈ, ਜਾਂ ਡਰਗ ਹੈਗਾ? ਉਹ ਇੱਕ ਡਰਗ ਦੇ ਵਿੱਚ ਆ ਜਾਂਦਾ ਹੈ. ਸੈਕਿੰਡ, alcohol has a bad effect on one's home and society. ਗੁੱਡ ਜਾਂ ਬੈਡ, ਮੈਂ ਬੈਡ ਲਿਖਿਆ ਵੀ ਸ਼ਰਾਬ ਦਾ ਕਿਸੇ ਦੇ ਵੀ ਘਰ ਜਾਂ ਸਮਾਜ ਤੇ ਬੁਰਾ ਹੀ ਪ੍ਰਭਾਵ ਪੈਂਦਾ ਹੈ. ਤੀਜਾ ਸਵਾਲ, what do you think could be the side effect of drugs? ਤੁਹਾਨੂੰ ਨਸ਼ਿਆਂ ਦੇ ਜਿਹੜੇ ਮਾੜੇ ਪ੍ਰਭਾਵ ਹੈਗੇ ਨੇ ਉਹਨਾਂ ਬਾਰੇ ਕੀ ਲੱਗਦਾ ਹੈ, ਕੀ ਮਾੜੇ ਪ੍ਰਭਾਵ ਹੋ ਸਕਦੇ ਨੇ? ਤੇ ਇਹਦਾ ਆਨਸਰ ਮੈਂ ਇੱਥੇ ਲਿਖਿਆ ਹੈ, some of the side effects of drugs are. ਨਸ਼ਿਆਂ ਦੇ ਕੁਝ ਮਾੜੇ ਪ੍ਰਭਾਵ ਕੀ ਨੇ? ਪੂਅਰ ਹੈਲਥ, ਮਾੜੀ ਸਿਹਤ, ਲਾਸ ਆਫ ਮਨੀ, ਪੈਸੇ ਦਾ ਵੀ ਨੁਕਸਾਨ ਹੁੰਦਾ ਹੈ, ਰੂਇਨਡ ਰਿਲੇਸ਼ਨਸ਼ਿਪਸ, ਜਿਹੜੇ ਰਿਸ਼ਤੇ ਹੈਗੇ ਨੇ ਉਹ ਵੀ ਵਿਗੜ ਜਾਂਦੇ ਨੇ, ਡਿਪਰੈਸ਼ਨ, ਬੰਦਾ ਇਕੱਲਾ ਮਹਿਸੂਸ ਕਰਦਾ, ਵਿਛੜਿਆ ਹੋਇਆ ਮਹਿਸੂਸ ਕਰਦਾ ਹੈ, ਸਲੀਪਲੈਸਨੈਸ, ਨੀਂਦ ਨਹੀਂ ਆਉਂਦੀ, ਨੀਂਦ ਉੱਡ ਜਾਂਦੀ ਹੈ, ਲਾਸ ਆਫ ਕੋਆਰਡੀਨੇਸ਼ਨ, ਹੱਥਾਂ ਪੈਰਾਂ ਦੇ ਵਿੱਚ ਦਿਮਾਗ ਦੇ ਵਿੱਚ ਤਾਲਮੇਲ ਹੀ ਨਹੀਂ ਰਹਿੰਦਾ, ਸਲਰਡ ਸਪੀਚ, ਬੰਦਾ ਸਾਫ਼-ਸਾਫ਼ ਨਹੀਂ ਬੋਲ ਸਕਦਾ, ਥੋੜਾ ਹਕਲਾਣਾ ਸ਼ੁਰੂ ਕਰ ਦਿੰਦਾ ਹੈ. ਚੌਥਾ, write a brief account of a marriage function in which you have been an eyewitness that no intoxicating substance was served there. ਇੱਕ ਅਜਿਹੇ ਵਿਆਹ ਬਾਰੇ ਗੱਲ ਕਰੋ ਜਿੱਥੇ ਤੁਸੀਂ ਆਪੋ ਦੇਖਿਆ ਵੀ ਕੋਈ ਵੀ ਸ਼ਰਾਬ ਜਾਂ ਹੋਰ ਨਸ਼ਾ ਨਹੀਂ ਚੱਲਿਆ ਤੇ ਫਿਰ ਵੀ ਵਿਆਹ ਜਿਹੜਾ ਇੰਜੋਏ ਕੀਤਾ ਗਿਆ. ਤੇ ਇਹਦਾ ਜਵਾਬ ਮੈਂ ਇੱਥੇ ਲਿਖਿਆ ਹੈ, at my brother's wedding no intoxicants like alcohol etc were served. ਵੀ ਮੇਰੇ ਆਪਣੇ ਭਰਾ ਦੇ ਵਿਆਹ ਤੇ ਕੋਈ ਵੀ ਨਸ਼ਾ, ਬੇਸ਼ੱਕ ਉਹ ਸ਼ਰਾਬ ਹੋਏ, ਇਹ ਜਿਹਾ ਕੋਈ ਵੀ ਨਸ਼ਾ ਜਿਹੜਾ ਹੈ ਉਹ ਪਰੋਸਿਆ ਨਹੀਂ ਗਿਆ. And hence we managed to pull, ਇੱਥੇ ਆਏਗਾ off, OFF, the function very well. ਤੇ ਇਸ ਦੇ ਬਾਵਜੂਦ ਅਸੀਂ ਬੜਾ ਇੰਜੋਏ ਕੀਤਾ, ਨੱਚੇ ਟੱਪੇ, ਫੰਕਸ਼ਨ ਤੇ ਫੁੱਲ ਮਸਤੀ ਸੀ. ਅੱਗੇ ਚੱਲਦੇ ਹਾਂ. The answers given to the teacher by the students may vary according to one's personal opinion. ਵਿਦਿਆਰਥੀਆਂ ਦੁਆਰਾ ਅਧਿਆਪਕ ਨੂੰ ਦਿੱਤੇ ਗਏ ਜਵਾਬ ਵੱਖੋ ਵੱਖਰੇ ਹੋ ਸਕਦੇ ਨੇ ਕਿਉਂਕਿ ਹਰ ਕਿਸੇ ਨੇ ਵੱਖੋ ਵੱਖਰਾ ਐਕਸਪੀਰੀਅੰਸ ਕੀਤਾ ਹੋਣਾ ਆਪਣੀ ਜ਼ਿੰਦਗੀ ਦੇ ਵਿੱਚ. The teacher will divide the class into 4 groups. ਅਧਿਆਪਕ ਕਲਾਸ ਨੂੰ 4 ਸਮੂਹਾਂ ਵਿੱਚ ਵੰਡਣਗੇ and then narrate a short story. ਉਸ ਤੋਂ ਬਾਅਦ ਇੱਕ ਛੋਟੀ ਕਹਾਣੀ ਜਿਹੜੀ ਹੈ ਉਹ ਸੁਣਾਣਗੇ, ਪੁੱਤ ਦੀ ਮੜੀ, son's grave, ਯਾਨੀ ਪੁੱਤ ਦੀ ਕਬਰ, to the students before carrying out the activity. ਇਹ ਗਤੀਵਿਧੀ ਪੂਰੀ ਕਰਨ ਤੋਂ ਪਹਿਲਾਂ ਉਹ ਇੱਕ ਕਹਾਣੀ ਸੁਣਾਣਗੇ. This story will be told in the manner of an eyewitness account. ਤੇ ਇਹ ਕਹਾਣੀ ਇੱਕ ਚਸ਼ਮਦੀਦ ਗਵਾਹ ਦੇ ਜਿਵੇਂ ਨਜ਼ਰ ਦੇ ਵਿੱਚੋਂ ਲੰਘੀ ਹੁੰਦੀ ਹੈ ਉਸ ਤਰੀਕੇ ਦੇ ਨਾਲ ਸੁਣਾਈ ਜਾਏਗੀ. ਇਹ ਹੈਗੀ ਹੈ ਜੀ ਕਹਾਣੀ. ਚਲੋ ਸ਼ੁਰੂ ਕਰਦੇ ਹਾਂ. ਪੁੱਤ ਦੀ ਮੜੀ ਯਾਨੀ ਸਨਸ ਗ੍ਰੇਵ, ਪੁੱਤ ਦੀ ਕਬਰ. ਬਸ਼ੀਰਿਆ, your elder brother will not live much longer. ਬਸ਼ੀਰਿਆ, ਤੇਰਾ ਵੱਡਾ ਭਰਾ ਬਹੁਤ ਜ਼ਿਆਦਾ ਚਿਰ ਨਹੀਂ ਜਿੰਦਾ ਰਹੇਗਾ. Assure me today that you will not get married now. ਵੀ ਮੈਨੂੰ ਹੁਣ ਯਕੀਨ ਦਿਵਾਓ ਕਿ ਤੁਸੀਂ ਹੁਣ ਵਿਆਹ ਨਹੀਂ ਕਰਾਓਗੇ. After your brother passes away, you will put a veil on your elder brother's wife. ਵੀ ਜਦ ਤੇਰਾ ਵੱਡਾ ਭਰਾ ਜਿਹੜਾ ਹੈ ਉਹ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਤੂੰ ਉਸਦੀ ਜਿਹੜੀ ਘਰ ਵਾਲੀ ਹੈਗੀ ਹੈ ਉਹਦੇ ਤੇ ਚੁੰਨੀ ਚੜਾ ਦੇਗਾ. ਕਹਿਣ ਦਾ ਭਾਵ ਇਹ ਹੈਗਾ ਯੂ ਵਿਲ ਮੈਰੀ ਯੋਰ ਐਲਡਰ ਬ੍ਰਦਰਸ ਵਾਈਫ, ਵੀ ਤੂੰ ਆਪਣੀ ਭਾਬੀ ਦੇ ਨਾਲ, ਵੱਡੇ ਭਰਾ ਦੀ ਵਾਈਫ ਦੇ ਨਾਲ ਵਿਆਹ ਕਰਾ ਲੇਗਾ ਕਿਉਂਕਿ ਇਹਨੇ ਜ਼ਿਆਦਾ ਦੇਰ ਨਹੀਂ ਜੀਣਾ ਤੇ ਤੂੰ ਵਿਆਹ ਨਾ ਕਰਾਈ. These were the words of the retired Patwari father, Dulara Singh, who knew that his eldest son, Dalbira, will soon leave this world in a year or two.
ਤੇ ਇਹ ਸ਼ਬਦ ਸਨ ਇੱਕ ਪਟਵਾਰੀ ਦੇ ਜੋ ਕਿ ਆਪਣੀ ਰਿਟਾਇਰਮੈਂਟ ਲਾਈਫ ਜਿਹੜੀ ਹੈ ਯਾਨੀ ਉਹ ਆਪਣੀ ਜਿਹੜੀ ਜੌਬ ਹੈਗੀ ਹੈ ਪੂਰੇ ਸਾਲ ਕਰ ਚੁੱਕੇ ਸੀ ਤੇ ਉਹਨਾਂ ਦਾ ਨਾਂ ਸੀ ਦੁਲਾਰਾ ਸਿੰਘ, ਜਿਨ੍ਹਾਂ ਨੂੰ ਪਤਾ ਸੀ ਕਿ ਉਹਨਾਂ ਦਾ ਵੱਡਾ ਪੁੱਤਰ ਜਿਹੜਾ ਹੈ ਦਲਬੀਰਾ ਜਲਦੀ ਹੀ 1-2 ਸਾਲਾਂ ਦੇ ਵਿੱਚ ਸੰਸਾਰ ਨੂੰ ਛੱਡ ਜਾਵੇਗਾ। His liver was completely damaged from drinking alcohol ਤੇ ਉਸ ਦਾ ਜਿਹੜਾ ਲਿਵਰ ਹੈ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਗਿਆ ਸੀ ਕਿਉਂਕਿ ਉਹ ਬਹੁਤ ਜ਼ਿਆਦਾ ਸ਼ਰਾਬ ਪੀਂਦਾ ਸੀ। The father knew that his son was on his last breath. ਪਿਤਾ ਨੂੰ ਪਤਾ ਸੀ ਕਿ ਉਸ ਦਾ ਪੁੱਤ ਜਿਹੜਾ ਹੈ ਉਹ ਆਖਰੀ ਸਾਹਾਂ ਤੇ ਹੈਗਾ। Bappa, seen the first father who, while alive, is waiting for his son to die. I cannot bear to hear all this. ਤੇ ਪਾਪਾ ਪਹਿਲਾ ਬਾਪ ਦੇਖਿਆ ਜੋ ਜਿਉਂਦਿਆਂ ਜੀ ਆਪਣੇ ਪੁੱਤ ਦੇ ਮਰਨ ਦੀ ਉਡੀਕ ਕਰ ਰਿਹਾ ਹੈ। ਮੈਂ ਤਾਂ ਇਹ ਸਭ ਸੁਣਨਾ ਵੀ ਨਹੀਂ ਚਾਹੁੰਦੀ, ਮੈਂ ਬਰਦਾਸ਼ਤ ਹੀ ਨਹੀਂ ਕਰ ਸਕਦੀ। Bashira is upset by his father's statements and leaves the house with an excuse. Bashira अपने पिता ਦੇ ਇਸ ਬਿਆਨ ਤੋਂ ਬਹੁਤ ਪਰੇਸ਼ਾਨ ਹੈਗਾ ਤੇ ਇੱਕ ਬਹਾਨਾ ਕਰਕੇ ਉਹ ਘਰ ਤੋਂ ਨਿਕਲ ਜਾਂਦਾ ਹੈ। Time moves on. ਤੇ ਸਮਾਂ ਜਿਹੜਾ ਹੈ ਉਹ ਬਦਲਦਾ ਹੈ, ਲੰਘਦਾ ਹੈ। A couple of years later, the same thing that was foretold by the father Dulara happens. ਤੇ ਕੁਝ ਸਾਲਾਂ ਬਾਅਦ ਉਹੀ ਗੱਲ ਜੋ ਬਾਪੂ ਨੇ ਕਹੀ ਸੀ ਉਹ ਹੋ ਜਾਂਦੀ ਹੈ। His eldest son Dalbira dies in a state of drunkenness. ਤੇ ਉਸ ਦਾ ਜਿਹੜਾ ਵੱਡਾ ਪੁੱਤ ਹੈਗਾ ਉਹ ਪੂਰਾ ਹੋ ਜਾਂਦਾ ਹੈ। ਕਿਉਂ? ਕਿਉਂਕਿ ਉਹ ਸ਼ਰਾਬ ਦੀ ਹਾਲਤ ਦੇ ਵਿੱਚ ਸੀ ਤੇ ਉਹਦੀ ਮੌਤ ਹੋ ਜਾਂਦੀ ਹੈ। Wife, kids, mother, sister wailed, but the father dumbly gives a shoulder to Dalbira's bier. ਪਤਨੀ, ਬੱਚੇ, ਮਾਂ, ਭੈਣ ਸਾਰੇ ਰੋਂਦੇ ਨੇ ਪਰ ਜਿਹੜਾ ਪਿਓ ਹੈਗਾ ਉਹ ਕੁਝ ਵੀ ਨਾ ਕਹੇ ਬਿਨਾ ਆਪਣੇ ਜਿਹੜਾ ਬੇਟਾ ਹੈਗਾ ਉਹਦੀ ਅਰਥੀ ਨੂੰ ਮੋਢਾ ਦੇ ਰਿਹਾ ਹੁੰਦਾ ਹੈ। After burning the funeral pyre, he returns home with the community in a state of mourning, leaving his son's burning forehead. ਤੇ ਅੰਤਿਮ ਸੰਸਕਾਰ ਕਰਨ ਤੋਂ ਬਾਅਦ ਉਹ ਆਪਣੇ ਬੇਟੇ ਦੇ ਬਲ ਦੇ ਅਜੇ ਮੁਖ ਨੂੰ ਜਾਂ ਆਪਾਂ ਕਹਿ ਸਕਦੇ ਹਾਂ ਮੱਥੇ ਨੂੰ ਛੱਡ ਕੇ ਸੋਗ ਦੀ ਹਾਲਤ ਦੇ ਵਿੱਚ ਭਾਈਚਾਰੇ ਦੇ ਨਾਲ ਘਰ ਵਾਪਸ ਆ ਜਾਂਦਾ ਹੈ। With my tear-filled eyes, I gave him whatever consolation I could, but Dulara was dumb. ਹੰਝੂ ਭਰੀਆਂ ਅੱਖਾਂ ਦੇ ਨਾਲ ਮੈਂ ਉਸਨੂੰ ਜੋ ਵੀ ਦਿਲਾਸਾ ਦੇ ਸਕਦਾ ਸੀ ਦਿੱਤਾ, ਪਰ ਜਿਹੜਾ ਪਿਓ ਸੀ ਉਹ ਮਤਲਬ ਕੁਝ ਕਹਿ ਹੀ ਨਹੀਂ ਸਕ ਰਿਹਾ ਸੀ। ਮਤਲਬ ਉਹਦੀ ਹਾਲਤ ਇਹ ਜੀ ਸੀ ਵੀ ਉਹ ਐਕਸਪ੍ਰੈਸ਼ਨ ਵੀ ਨਹੀਂ ਦੇ ਸਕ ਰਿਹਾ ਸੀ, ਆਪਣੀ ਹਾਲਤ ਵੀ ਨਹੀਂ ਕਿਸੇ ਨੂੰ ਦੱਸ ਸਕਦਾ ਸੀ ਕਿਉਂਕਿ ਉਹਨੂੰ ਪਤਾ ਸੀ ਵੀ ਮੇਰਾ ਪੁੱਤ ਬਹੁਤ ਪੀਂਦਾ, ਉਹਨੇ ਚਲੇ ਜਾਣਾ। ਤੇ ਇਹ ਕਹਾਣੀ ਇੱਕ ਬੰਦਾ ਸੁਣਾ ਰਿਹਾ ਜਿਹਦੇ ਅੱਖੋਂ ਦੇਖੀ ਇਹ ਕਹਾਣੀ। He neither said anything nor cried. ਤੇ ਜਿਹੜਾ ਪਿਤਾ ਹੈ ਨਾ ਤਾਂ ਉਹਨੇ ਕੁਝ ਕਿਹਾ, ਨਾ ਉਹ ਕੁਝ ਬੋਲਿਆ ਤੇ ਨਾ ਹੀ ਰੋਇਆ। According to the father, his youngest son Bashira also did not obey him. ਤੇ ਪਿਤਾ ਦੇ ਅਨੁਸਾਰ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਬਸ਼ੀਰਾ ਨੇ ਵੀ ਉਸ ਦੀ ਗੱਲ ਨਹੀਂ ਮੰਨੀ। The father and the other relatives make the younger son put a veil on the elder's widow and settle them down. ਤੇ ਜਿਹੜੇ ਪਿਤਾ ਜੀ ਹੈਗੇ ਨੇ ਤੇ ਜਿਹੜੇ ਰਿਸ਼ਤੇਦਾਰ ਹੈਗੇ ਨੇ ਉਹਨਾਂ ਨੇ ਜਿਹੜਾ ਛੋਟੇ ਵਾਲਾ ਪੁੱਤ ਹੈਗਾ ਵਿਚਕਾਰਲਾ ਉਸਨੂੰ ਭਾਬੀ ਦੇ ਨਾਲ ਉਹਦਾ ਵਿਆਹ ਕਰਾਤਾ ਤੇ ਕਿਹਾ ਵੀ ਹੁਣ ਤੁਸੀਂ ਸੈਟਲ ਡਾਊਨ ਹੋ ਜਾਓ, ਵੀ ਹੁਣ ਤੁਸੀਂ ਵਿਆਹ ਕਰ ਲਿਆ, ਵੀ ਉਹਨੂੰ ਵੀ ਪਾਰਟਨਰ ਦੀ ਲੋੜ ਹੈਗੀ ਹੈ, ਉਹਦਾ ਪਤੀ ਤਾਂ ਪੀਂਦਾ ਰਹਿ ਗਿਆ ਸੀ, ਹੈ ਨਾ। Dulara's silence of 15 or 20 days flows out uncontrollably at one evening meeting. 15-20 ਦਿਨਾਂ ਦੀ ਦੁਲਾਰੇ ਦੀ ਜਿਹੜੀ ਚੁੱਪ ਸੀ ਉਹ ਇੱਕ ਸ਼ਾਮ ਦੀ ਮੀਟਿੰਗ ਵਿੱਚ ਬੇਕਾਬੂ ਹੋ ਕੇ ਬਾਹਰ ਨਿਕਲ ਆਂਦੀ ਹੈ। While sitting alone in the parlor, I had just said this. Dulara dude, will you kill yourself now? ਤੇ ਪਾਰਲਰ ਵਿੱਚ ਇਕੱਲੇ ਬੈਠਿਆਂ ਹੀ ਮੈਂ ਇਹ ਗੱਲ ਉਸਨੂੰ ਪੁੱਛੀ ਸੀ ਵੀ ਦੁਲਾਰਾ ਯਾਰ ਤੂੰ ਹੁਣ ਆਪਣੇ ਆਪ ਨੂੰ ਮਾਰ ਲਵੇਂਗਾ। What was destined to happen has already happened.
जो होना सी वो तो हो चुकिया। हाउ लॉन्ग विल एल्कोहल drunk daily enable a person to survive? ਵੀ ਕਿੰਨੀ ਦੇਰ ਤੱਕ ਤੂੰ ਇਹ दारू ਪੀ ਪੀ ਕੇ ਜੀ ਲੇਗਾ? ਇਹ ਤਾਂ ਬਹੁਤ ਮੁਸ਼ਕਲ ਹੋ ਜਾਊਗਾ ਨਾ। ਹੁਣ ਗੱਲ ਇਹੀ ਹੋਈ ਵੀ ਪਿਓ ਪਹਿਲਾਂ ਤਾਂ ਰੋਇਆ ਨਹੀਂ, ਹੁਣ 15-20 ਦਿਨਾਂ ਤੋਂ ਬਾਅਦ ਜਦੋਂ ਦਾ ਗੁਬਾਰ ਨਿਕਲਿਆ ਬਾਹਰ ਤਾਂ ਉਹਦੇ ਦੋਸਤ ਨੇ ਕਿਹਾ ਵੀ ਹੁਣ ਤੂੰ ਪੀਣ ਲੱਗ ਗਿਆ, ਵੀ ਏਦਾਂ ਪੀ ਪੀ ਕੇ ਤੂੰ ਜ਼ਿਆਦਾ ਦੇਰ ਤੱਕ ਟਿਕਣਾ ਨਹੀਂ ਹੈ। ਕਿਉਂਕਿ ਜਦ ਪੁੱਤ ਦੀ ਡੈਥ ਹੋਈ ਸੀ ਤਾਂ ਪਿਓ ਰੋਇਆ ਨਹੀਂ ਸੀ। ਅੱਗੇ ਚੱਲਦੇ ਹਾਂ। On hearing this, Dulara, who was sitting in the parlor, burst into tears. ਇਹ ਸੁਣ ਕੇ ਪਾਰਲਰ ਵਿੱਚ ਜੋ ਬੈਠੇ ਸੀ ਸਾਰੇ ਲੋਕ ਜਾਂ ਦੁਲਾਰਾ ਜਿਨ੍ਹਾਂ ਨਾਲ ਬੈਠਿਆ ਸੀ ਉਹ ਉੱਥੇ ਹੰਝੂ ਉਹਦੇ ਡਿੱਗਣ ਲੱਗ ਪਏ। Said, I dug my son Dalbir's grave with my own hand. ਉਹ ਕਹਿੰਦਾ ਵੀ ਮੈਂ ਆਪਣੇ ਪੁੱਤਰ ਦਲਬੀਰ ਦੀ ਕਬਰ ਆਪਣੇ ਹੱਥਾਂ ਨਾਲ ਪੁੱਟੀ ਹੈ। He was 15 years old when I, with my own hands, had put an alcohol in the lid of the bottle and gave it to him to drink. ਉਹ ਕਹਿੰਦਾ ਉਹ 15 ਸਾਲਾਂ ਦਾ ਸੀ ਜਦੋਂ ਮੈਂ ਆਪਣੇ ਹੱਥਾਂ ਨਾਲ ਬੋਤਲ ਦੇ ਢੱਕਣ ਵਿੱਚ ਸ਼ਰਾਬ ਪਾ ਕੇ ਉਸ ਨੂੰ ਪੀਣ ਲਈ ਦੇ ਦਿੱਤੀ ਸੀ। At first, he kept refusing, but drank it sitting at the same table. ਤੇ ਪਹਿਲਾਂ ਤਾਂ ਪੁੱਤ ਮੇਰਾ ਉਹਨੂੰ ਮਨਾ ਕਰਦਾ ਰਿਹਾ, ਇਨਕਾਰ ਕਰਦਾ ਰਿਹਾ ਵੀ ਮੈਂ ਨਹੀਂ ਪੀਣੀ, ਤੇ ਬਾਅਦ ਵਿੱਚ ਉਸੇ ਟੇਬਲ ਤੇ ਬੈਠ ਕੇ ਉਹ ਪੀ ਗਿਆ। Addressing him as a son of a lion, I kept sharing drink after drink with him. ਤੇ ਉਸੇ ਮੇਜ਼ ਤੇ ਬੈਠ ਕੇ ਮੈਂ ਉਹਨੂੰ ਕਹਿੰਦਾ ਸੀ ਵੀ ਤੂੰ ਤਾਂ ਸ਼ੇਰ ਦਾ ਪੁੱਤ ਹੈਗਾ, ਤੇ ਮੈਂ ਇੱਕ ਤੋਂ ਬਾਅਦ ਇੱਕ ਪੈਗ ਉਹਨੂੰ ਪਿਲਾਉਂਦਾ ਰਿਹਾ। I used to feel very proud of this then. ਤੇ ਮੈਨੂੰ ਇਸ ਗੱਲ ਤੇ ਉਸ ਵੇਲੇ ਬਹੁਤ ਮਾਣ ਮਹਿਸੂਸ ਹੁੰਦਾ ਸੀ। And the little boy who put the veil. ਤੇ ਇੱਕ ਉਹ ਪੁੱਤ ਸੀ ਤੇ ਇੱਕ ਮੇਰਾ ਛੋਟਾ ਪੁੱਤ ਜਿਹਨੇ ਪਰਦਾ ਹੀ ਰੱਖਿਆ ਇਹਨਾਂ ਚੀਜ਼ਾਂ ਤੋਂ। He did good. ਉਹਨੇ ਵਧੀਆ ਕੀਤਾ। Never participated in the dark deeds of his father. ਆਪਣੇ ਪਿਤਾ ਦੇ ਕਾਲੇ ਕਾਰਨਾਮਿਆਂ ਵਿੱਚ ਕਦੇ ਵੀ ਉਹ ਸ਼ਾਮਲ ਨਹੀਂ ਹੋਇਆ। And God spared. ਤੇ ਉਹ ਬਖਸ਼ਿਆ ਰਿਹਾ, ਬਚਿਆ ਰਿਹਾ। When I used to say, become my friend, my son. ਤੇ ਜਦੋਂ ਮੈਂ ਉਸਨੂੰ ਕਹਿੰਦਾ ਸੀ ਵੀ ਮੇਰਾ ਯਾਰ ਬਣ ਜਾ ਬੇਟਾ, ਮੇਰਾ ਦੋਸਤ ਬਣ ਜਾ, then he would often say, ਤਾਂ ਉਹ ਅਕਸਰ ਆਖਦਾ ਸੀ, Papa, mother says that if you are my lion son, then never take a sip of that bitter poison. I will not drink this. ਤੇ ਉਹ ਕਹਿੰਦਾ ਸੀ ਵੀ ਪਾਪਾ ਮੰਮੀ ਨੇ ਮੈਨੂੰ ਕਿਹਾ ਵੀ ਜੇ ਤੂੰ ਮੇਰਾ ਸ਼ੇਰ ਪੁੱਤ ਹੈਗਾ ਤਾਂ ਕਦੇ ਵੀ ਇਸ ਦੀ ਇੱਕ ਬੂੰਦ ਵੀ ਨਾ ਪੀਏ, ਕੌੜਾ ਜ਼ਹਿਰ ਹੈਗਾ, ਤੇ ਮੈਂ ਪ੍ਰੋਮਿਸ ਕੀਤਾ ਵੀ ਮੈਂ ਨਹੀਂ ਪੀਵਾਂਗਾ, ਤੇ ਮੈਂ ਤੁਹਾਨੂੰ ਵੀ ਇਹੀ ਕਹਿ ਰਿਹਾ ਵੀ ਮੈਂ ਨਹੀਂ ਪੀਣਾ। And calling him lion, lion she eschewed evil. ਵੀ ਉਹਨੂੰ ਸ਼ੇਰ ਸ਼ੇਰ ਕਹਿ ਕੇ ਉਹਨੇ ਉਸਨੂੰ ਬੁਰਾਈ ਤੋਂ, ਬੁਰੀਆਂ ਗੱਲਾਂ ਤੋਂ ਬਚਾ ਲਿਆ ਸੀ। There were more talks of me being a stage speaker than Patwar Khana. ਪਟਵਾਰ ਖਾਨੇ ਨਾਲੋਂ ਮੇਰੇ ਸਟੇਜ ਇੱਕ ਬੁਲਾਰੇ ਹੋਣ ਦੇ ਚਰਚੇ ਜ਼ਿਆਦਾ ਸੀ, ਵੀ ਮੈਂ ਸਟੇਜ ਤੇ ਜ਼ਿਆਦਾ ਬੋਲਣਾ। I forgot everything in the drunken parties with my friend, even led my son down this wrong path. ਤੇ ਉਹ ਕਹਿੰਦਾ ਵੀ ਮੈਂ ਆਪਣੇ ਦੋਸਤਾਂ ਦੇ ਨਾਲ ਪਾਰਟੀ ਤੇ ਜਦ ਸ਼ਰਾਬ ਪੀਂਦਾ ਸੀ ਸਾਰੀਆਂ ਚੀਜ਼ਾਂ ਭੁੱਲ ਜਾਂਦਾ ਸੀ, ਤੇ ਨਾਲ ਦੀ ਨਾਲ ਮੈਂ ਇਸੇ ਰਸਤੇ ਤੇ ਆਪਣੇ ਪੁੱਤ ਨੂੰ ਵੀ ਪਾਤਾ ਸੀ। Lost in the evil tastes of fame, I had the illusion that alcohol was not a drug. ਤੇ ਮੈਂ ਆਪਣੇ ਨਸ਼ੇ ਦੇ ਵਿੱਚ ਦੁੱਤ ਇਹ ਸਮਝ ਬੈਠਿਆ ਸੀ ਵੀ ਜਿਹੜੀ ਸ਼ਰਾਬ ਹੈਗੀ ਆ ਉਹ ਨਸ਼ਾ ਨਹੀਂ ਹੈਗਾ। He couldn't control himself. ਤੇ ਉਹ ਵੀ ਆਪਣੇ ਆਪ ਨੂੰ ਰੋਕ ਨਹੀਂ ਪਾਇਆ ਮੇਰਾ ਪੁੱਤ। He was not a stage speaker like his father. ਤੇ ਜਿਵੇਂ ਉਸਦਾ ਪਿਤਾ ਜਿਹੜਾ ਹੈ ਉਹ ਸਟੇਜ ਤੇ ਵਧੀਆ ਬੋਲਦਾ ਸੀ, ਪੁੱਤ ਏਦਾਂ ਵਧੀਆ ਨਹੀਂ ਬੋਲਦਾ ਸੀ ਸਟੇਜ ਤੇ। But the applause he got for singing on the stage was no less praiseworthy. ਸਗੋਂ ਉਹ ਬੋਲ ਨਹੀਂ ਸਕਦਾ ਸੀ, ਪਰ ਜਿਹੜਾ ਗਾਣਾ ਉਹ ਗਾਉਂਦਾ ਸੀ ਸਟੇਜ ਤੇ ਉਹ ਬਹੁਤ ਵਧੀਆ ਗਾਣਾ ਗਾਉਂਦਾ ਸੀ, ਬਹੁਤ ਤਾਰੀਫ ਹੁੰਦੀ ਸੀ ਉਸਦੀ। He went 10 steps ahead of me in attending drunken parties with his friends. ਤੇ ਮੈਂ ਤਾਂ ਫੇਰ ਵੀ ਘੱਟ ਦਾਰੂ ਪੀਂਦਾ ਸੀ, ਜੇ ਮੇਰਾ ਪੁੱਤ ਸੀ ਉਹ ਮੇਰੇ ਨਾਲੋਂ 10 ਗੁਣਾ ਜ਼ਿਆਦਾ ਪਾਰਟੀਆਂ ਤੇ ਜਾ ਕੇ ਦਾਰੂ ਪੀ ਕੇ ਆਂਦਾ ਸੀ।
his alcohol consumption kept increasing day by day. ਤੇ ਉਹਦੀ ਜਿਹੜੀ ਨਸ਼ੇ ਇਹ ਸ਼ਰਾਬ ਪੀਣ ਦੀ ਆਦਤ ਸੀ ਉਹ ਦਿਨੋ ਦਿਨ ਵੱਧਦੀ ਜਾ ਰਹੀ ਸੀ. With me less, but he started drinking heavily in the gatherings of his friends. ਉਹ ਮੇਰੇ ਨਾਲ ਤਾਂ ਘੱਟ ਹੀ ਪੀਂਦਾ ਸੀ ਪਰ ਦੋਸਤਾਂ ਦੇ ਨਾਲ ਇਕੱਠੇ ਹੋ ਕੇ ਉਹ ਬਹੁਤ ਜ਼ਿਆਦਾ ਪੀਣ ਲੱਗ ਗਿਆ ਸੀ. Oh, I don't know with which wretched friend he got involved. ਉਹ ਮੈਨੂੰ ਨਹੀਂ ਪਤਾ ਕਿ ਉਹ ਕਿਸ ਬਦਮਾਸ਼ ਦੋਸਤ ਦੇ ਨਾਲ ਜੁੜ ਗਿਆ ਸੀ. Turned him a smacky too in his last days. ਤੇ ਉਸ ਦੇ ਆਖਰੀ ਦਿਨਾਂ ਦੇ ਵਿੱਚ ਉਹ ਇੱਕ ਸਮੈਕੀ ਵੀ ਬਣ ਗਿਆ ਸੀ. ਕਹਿਣ ਦਾ ਮਤਲਬ ਹੋਰ ਨਸ਼ੇ ਵੀ ਕਰਨ ਲੱਗ ਗਿਆ ਸੀ. And this happened today. Karmaya, alcohol did not kill him. I killed him. ਤੇ ਇਹ ਗੱਲ ਹੋਈ ਹੈ ਵੀ ਦਾਰੂ ਨੇ ਨਹੀਂ ਉਹਨੂੰ ਮਾਰਿਆ, ਉਹਨੂੰ ਮੈਂ ਮਾਰਿਆ. If the father himself served liquor, then how could the son not drink? ਜੇਕਰ ਬਾਪ ਆਪ ਹੀ ਸ਼ਰਾਬ ਪਿਲਾ ਰਿਹਾ ਤਾਂ ਪੁੱਤਰ ਕਿਵੇਂ ਨਾ ਕਰ ਸਕਦਾ. For the people, an addict has died. ਲੋਕਾਂ ਲਈ ਤਾਂ ਇੱਕ ਨਸ਼ੇੜੀ ਜਿਹੜਾ ਉਹ ਮਰਿਆ. For me, not only my son, but also the father in me has died. ਪਰ ਮੇਰੇ ਲਈ ਨਾ ਕੇਵਲ ਮੇਰਾ ਪੁੱਤਰ ਸਗੋਂ ਮੇਰੇ ਅੰਦਰ ਜਿਹੜਾ ਬਾਪ ਹੈਗਾ ਉਹ ਵੀ ਮਰ ਗਿਆ ਕਿਉਂਕਿ ਮੈਂ ਹੀ ਉਹਨੂੰ ਸ਼ਰਾਬ ਦੇ ਰਸਤੇ ਤੇ ਪਾਇਆ ਸੀ. Sitting close to him, I was consoling him. ਤੇ ਜਿਹੜਾ ਬੰਦਾ ਇਹ ਕਹਾਣੀ ਦੱਸ ਰਿਹਾ ਉਹ ਕਹਿੰਦਾ ਵੀ ਮੈਂ ਪਿਓ ਦੇ ਕੋਲ ਹੀ ਬੈਠਾ ਸੀ, ਨੇੜੇ ਹੀ ਬੈਠਾ ਸੀ ਤੇ ਮੈਂ ਉਹਨੂੰ ਦਿਲਾਸਾ ਦੇ ਰਿਹਾ ਸੀ, ਹਿੰਮਤ ਦੇ ਰਿਹਾ ਸੀ ਕਿਉਂਕਿ ਉਹ ਬਹੁਤ ਦੁੱਖ ਦੇ ਵਿੱਚ ਇਹ ਕਹਾਣੀ ਦੱਸ ਰਿਹਾ ਸੀ ਕਿਵੇਂ ਉਹਨੇ ਸ਼ਰਾਬ ਪਿਲਾਣੀ ਸ਼ੁਰੂ ਕੀਤੀ ਸੀ ਆਪਣੇ ਪੁੱਤ ਨੂੰ. I was overcome with sorrow, and a disturbing thought had left me shocked as to what kind of a father is he who in his lifetime had sowed the evil seeds of alcohol for his own son. ਤੇ ਜਿਸਨੇ ਕਹਾਣੀ ਲਿਖੀ ਹੈ ਡਾਕਟਰ ਪਰਮਜੀਤ ਸਿੰਘ ਖਾਲਸੀ, ਉਹ ਕਹਿੰਦੇ ਨੇ ਕਿ ਮੈਂ ਉਹਦੇ ਨਾਲ ਬੈਠਾ ਸੀ ਤੇ ਮੈਨੂੰ ਉਦਾਸੀ ਤੇ ਇੱਕ ਪਰੇਸ਼ਾਨੀ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਸੀ ਤੇ ਮੈਂ ਹੈਰਾਨ ਸੀ ਕਿ ਇਹ ਕਿਹੋ ਜਿਹਾ ਪਿਓ ਹੈਗਾ ਜਿਸਨੇ ਆਪਣੀ ਜੀਵਨ ਕਾਲ ਦੇ ਵਿੱਚ ਹੀ ਆਪਣੇ ਪੁੱਤ ਨੂੰ ਸ਼ਰਾਬ ਪੀਣ ਦੀ ਜਿਹੜੀ ਆਦਤ ਹੈ ਉਹ ਲਾਤੀ ਸੀ. ਅੱਗੇ ਸਾਨੂੰ ਸਵਾਲ ਦਿੱਤੇ ਗਏ ਨੇ. ਡਿਫਰੈਂਟ ਗਰੁੱਪਸ ਵਿਲ ਲਿਸਨ ਟੂ ਦ ਸਟੋਰੀ. ਵੱਖ-ਵੱਖ ਜਿਹੜੇ ਸਮੂਹ ਹੈਗੇ ਨੇ ਕਹਾਣੀ ਨੂੰ ਸੁਣਨਗੇ. ਐਂਡ ਆਫਟਰ ਇੰਟਰੈਕਟਿੰਗ ਵਿਦ ਵਨ ਅਨਦਰ they will note down their interactions as follows. ਤੇ ਆਪਣੇ ਆਪਸ ਦੇ ਵਿੱਚ ਗੱਲਬਾਤ ਕਰਕੇ ਜਿਹੜੀ ਗੱਲਬਾਤ ਹੈ ਉਹ ਥੱਲੇ ਜਿਹੜੇ ਸਵਾਲ ਹੈਗੇ ਨੇ ਉਹਨਾਂ ਦੇ ਜਵਾਬ ਦੇ ਕੇ ਲਿਖਣਗੇ. ਪਹਿਲਾ, do you agree with the thinking of Dulara, who is the father in the story? ਕੀ ਤੁਸੀਂ ਦੁਲਾਰਾ ਦੀ ਸੋਚ ਦੇ ਨਾਲ ਸਹਿਮਤ ਹੈਗੇ ਹੋ ਜੋ ਇਸ ਕਹਾਣੀ ਦੇ ਵਿੱਚ ਪਿਤਾ ਹੈਗੇ ਨੇ ਜਿਨ੍ਹਾਂ ਨੇ ਆਪਣੇ ਪੁੱਤ ਨੂੰ ਸ਼ਰਾਬ ਦੀ ਲੱਤ ਲਾਈ ਸੀ. What kind of role should have been played by him? ਕਿਸ ਕਿਸਮ ਦਾ ਜਿਹੜਾ ਰੋਲ ਹੈਗਾ ਉਹ ਪਲੇ ਕਰ ਸਕਦੇ ਸੀ ਵੀ ਕਿਹੇ ਜਿਹਾ ਇੱਕ ਪੱਖ ਰੱਖ ਸਕਦੇ ਸੀ ਜਾਂ ਇੱਕ ਐਗਜ਼ਾਮਪਲ ਸੈੱਟ ਕਰ ਸਕਦੇ ਸੀ ਆਪਣੇ ਬੇਟੇ ਲਈ. ਤੇ ਮੈਂ ਇੱਥੇ ਲਿਖਿਆ ਟੁਵਰਡਸ ਦ ਬਿਗਨਿੰਗ ਦੁਲਾਰਾਸ ਥਿੰਕਿੰਗ ਵਾਸ ਨਾਟ ਗੁੱਡ ਐਟ ਆਲ. ਸ਼ੁਰੂਆਤ ਦੇ ਵਿੱਚ ਦੁਲਾਰਾ ਦੀ ਜਿਹੜੀ ਸੋਚ ਹੈ ਉਹ ਬਿਲਕੁਲ ਵਧੀਆ ਨਹੀਂ ਸੀ. He himself used to drink alcohol and also encouraged his son to accompany him. ਆਪ ਤਾਂ ਉਹ ਪੀਂਦਾ ਹੀ ਸੀ ਸ਼ਰਾਬ ਤੇ ਨਾਲ ਦੇ ਨਾਲ ਆਪਣੇ ਪੁੱਤ ਨੂੰ ਵੀ ਹਿੰਮਤ ਦਿੰਦਾ ਸੀ ਵੀ ਹਾਂ ਉਤਸ਼ਾਹਿਤ ਕਰਦਾ ਸੀ ਵੀ ਤੂੰ ਵੀ ਮੇਰੇ ਨਾਲ ਪੀ. ਦੂਜੇ ਪਾਰਟ ਦਾ ਆਨਸਰ ਇਹ ਹੈ he should have been a role model for his children and should have given up alcohol himself. ਆਪਣੇ ਬੱਚਿਆਂ ਦੇ ਲਈ ਉਹ ਇੱਕ ਰੋਲ ਮਾਡਲ ਦਾ ਕੰਮ ਕਰਦੇ ਤੇ ਆਪ ਵੀ ਸ਼ਰਾਬ ਜਿਹੜੀ ਹੈਗੀ ਹੈ ਉਹਦਾ ਸੇਵਨ ਬੰਦ ਕਰ ਦਿੰਦੇ. He should have explained to his kids how injurious alcohol is to their health. ਸਗੋਂ ਪਿਓ ਨੂੰ ਤਾਂ ਐਕਸਪਲੇਨ ਕਰਨਾ ਚਾਹੀਦਾ ਸੀ, ਸਮਝਾਉਣਾ ਚਾਹੀਦਾ ਸੀ ਬੱਚਿਆਂ ਨੂੰ ਵੀ ਜਿਹੜੀ ਸ਼ਰਾਬ ਹੈਗੀ ਹੈ ਉਹ ਉਹਨਾਂ ਲਈ ਕਿੰਨੀ ਖਤਰਨਾਕ ਹੈਗੀ ਹੈ. ਦੂਜਾ ਸਵਾਲ, if you were the character in place of the eldest son in the story, ਜੇਕਰ ਤੁਸੀਂ ਕਹਾਣੀ ਵਿੱਚ ਵੱਡੇ ਪੁੱਤਰ ਦੀ ਥਾਂ ਹੁੰਦੇ, how would you respond to the father's advice to drink alcohol? ਤਾਂ ਤੁਸੀਂ ਪਿਤਾ ਦੀ ਸ਼ਰਾਬ ਪੀਣ ਦੀ ਜਿਹੜੀ ਸਲਾਹ ਹੈਗੀ ਹੈ ਉਸ ਦਾ ਜਵਾਬ ਕਿਵੇਂ ਦਿੰਦੇ ਜਦ ਛੋਟੇ ਹੁੰਦੇ ਪਿਤਾ ਜੀ ਕਹਿ ਰਹੇ ਸੀ ਵੀ ਸ਼ਰਾਬ ਪੀਓ. ਤੇ ਮੈਂ ਇੱਥੇ ਲਿਖਿਆ I would tell him that
I do not drink and also don't wish to get addicted. ਤੇ ਮੈਂ ਉਹਨਾਂ ਨੂੰ ਦੱਸਦਾ ਵੀ ਮੈਂ ਸ਼ਰਾਬ ਨਹੀਂ ਪੀਂਦਾ ਤੇ ਨਸ਼ਾ ਦੀ ਆਦੀ ਵੀ ਨਹੀਂ ਬਣਨਾ ਚਾਹੁੰਦਾ. I would have educated him that alcohol is a poison that harms our health. ਸਗੋਂ ਮੈਂ ਉਹਨਾਂ ਨੂੰ ਵੀ ਜਾਗਰੂਕ ਕਰਦਾ ਵੀ ਜਿਹੜੀ ਇਹ ਸ਼ਰਾਬ ਹੈਗੀ ਹੈ ਇਹ ਇੱਕ ਜ਼ਹਿਰ ਹੈਗੀ ਹੈ ਜੋ ਕਿ ਸਾਡੀ ਸਿਹਤ ਤੇ ਨੁਕਸਾਨ ਪਹੁੰਚਾਉਂਦੀ ਹੈ. I would also advise him to stop drinking alcohol. ਤੇ ਮੈਂ ਆਪ ਉਹਨਾਂ ਨੂੰ ਕਹਿੰਦਾ ਵੀ ਸ਼ਰਾਬ ਪੀਣੀ ਛੱਡ ਦਿਓ. ਤੀਜਾ ਸਵਾਲ, what should have been the role of Dulara's wife towards her eldest son in the story? ਜਿਹੜੇ ਦੁਲਾਰਾ ਦੀ ਵਾਈਫ ਹੈਗੀ ਹੈ ਜਿਹਦਾ ਪੁੱਤ ਮਰ ਗਿਆ ਹੈ ਉਸ ਮਾਂ ਦੀ ਕੀ ਭੂਮਿਕਾ ਹੋਣੀ ਚਾਹੀਦੀ ਸੀ ਇਸ ਕਹਾਣੀ ਦੇ ਵਿੱਚ? ਮੈਂ ਇੱਥੇ ਲਿਖਿਆ Dulara's wife should have explained to her elder son in the same way as she had explained to her younger son and kept him away from alcohol. ਵੀ ਦੁਲਾਰੇ ਦੀ ਪਤਨੀ ਨੂੰ ਵੀ ਜਿਵੇਂ ਉਹਨੇ ਆਪਣੇ ਛੋਟੇ ਪੁੱਤ ਨੂੰ ਐਕਸਪਲੇਨ ਕੀਤਾ ਸੀ ਨਾ ਵੀ ਸ਼ਰਾਬ ਤੋਂ ਦੂਰ ਰਹੀ ਜੇ ਮੇਰਾ ਸ਼ੇਰ ਪੁੱਤਰ ਹੈ, ਉਵੇਂ ਹੀ ਆਪਣੇ ਵੱਡੇ ਪੁੱਤਰ ਨੂੰ ਵੀ ਐਕਸਪਲੇਨ ਕਰਨਾ ਚਾਹੀਦਾ ਸੀ, ਸਮਝਾਉਣਾ ਚਾਹੀਦਾ ਸੀ ਤਾਂ ਉਹ ਇਹ ਨਸ਼ੇ ਦੇ ਵਿੱਚ ਵੜ ਕੇ ਘੁਸ ਕੇ ਨਹੀਂ ਮਰਦਾ. ਤੀਜੀ ਐਕਟੀਵਿਟੀ, out of the 4 groups, the first group will enact the roles of mother son. 4 ਗਰੁੱਪ ਬਣਾਏ ਗਏ ਨੇ ਨਾ. ਪਹਿਲਾ ਜਿਹੜਾ ਸਮੂਹ ਹੈਗਾ ਉਹ ਮਾਂ ਬੇਟੇ ਦਾ ਰੋਲ ਜਿਹੜਾ ਹੈ ਭੂਮਿਕਾ ਨਿਭਾਣਗੇ. ਦੂਜਾ ਗਰੁੱਪ ਜਿਹੜਾ ਹੈ ਐਡਿਕਟਡ ਫਾਦਰ ਸਨ, ਪਿਓ ਪੁੱਤ ਦਾ ਜਿਹਨੇ ਲੱਤ ਲਾਈ ਸੀ ਪੁੱਤ ਨੂੰ. ਥਰਡ ਗਰੁੱਪ ਦ ਰੋਲ ਆਫ ਫਰੈਂਡਸ ਪਾਰਟੀ, ਨਸ਼ਿਆਂ ਤੇ ਗਏ ਨੇ, ਪਾਰਟੀ ਦੇ ਵਿੱਚ ਗਏ ਨੇ, ਉਹੋ ਜਿਹਾ ਭੂਮਿਕਾ ਨਿਭਾਉਣਗੇ. ਐਂਡ ਫੋਰਥ ਗਰੁੱਪ the role of character I in the story. ਤੇ ਚੌਥਾ ਗਰੁੱਪ ਜਿਹੜਾ ਹੈ ਉਹ I ਦਾ ਰੋਲ ਮਤਲਬ ਜੋ ਕਹਾਣੀ ਸੁਣਾ ਰਿਹਾ ਉਹਨਾਂ ਦਾ ਕੀ ਭੂਮਿਕਾ ਹੋਣੀ ਚਾਹੀਦੀ ਹੈ ਉਹ ਨਿਭਾਣਗੇ. After mutual interactions amongst the 4 groups, ਆਪਸੀ ਜਿਹੜੀ ਗੱਲਬਾਤ ਹੋਏਗੀ 4 ਸਮੂਹਾਂ ਦੇ ਵਿੱਚ, the following questions will be answered on the basis of 3 aspects. ਇਹਨਾਂ ਸਵਾਲਾਂ ਦੇ ਜਵਾਬ ਦੇਣੇ ਨੇ 3 ਚੀਜ਼ਾਂ ਨੂੰ ਧਿਆਨ 'ਚ ਰੱਖਦੇ ਹੋਏ. Who did good? ਕਿਸਨੇ ਚੰਗਾ ਕੀਤਾ? Who did bad? ਕਿਨੇ ਮਾੜਾ ਕੀਤਾ? And what should have happened? ਤੇ ਇਹਦੀ ਥਾਂ ਤੇ ਕੀ ਹੋਣਾ ਚਾਹੀਦਾ ਸੀ? ਜਿਵੇਂ ਪਹਿਲਾ, what was the main drug in the story? ਕਹਾਣੀ ਵਿੱਚ ਜਿਹੜਾ ਮੁੱਖ ਨਸ਼ਾ ਹੈ ਉਹ ਕੀ ਹੈਗਾ? ਉਹ ਹੈਗਾ alcohol, ਨਸ਼ਾ, ਸ਼ਰਾਬ. ਦੂਜਾ, why did the eldest son die in the story? ਕਹਾਣੀ ਵਿੱਚ ਵੱਡਾ ਪੁੱਤਰ ਜਿਹੜਾ ਹੈ ਉਹ ਕਿਉਂ ਪੂਰਾ ਹੋ ਗਿਆ, ਕਿਉਂ ਮਰ ਗਿਆ? The eldest son died in the story because his liver was completely damaged from drinking alcohol. दारू पी पी के उसका जिहड़ा liver है वो बिल्कुल खत्म हो गया सी. तीजा, how did the company of the wretched friends affect the elder boy in the story? ਜਿਹੜੇ ਬਿਗੜੇ ਹੋਏ ਦੋਸਤ ਸੀ ਉਹਨਾਂ ਦੀ ਦੋਸਤੀ ਦੀ ਜਿਹੜੀ ਸੰਗਤ ਸੀ ਉਸਨੇ ਕੀ ਪ੍ਰਭਾਵ ਕੀਤਾ ਵੱਡੇ ਮੁੰਡੇ ਤੇ? In the company of wretched friends, the elder boy started drinking heavily. ਤੇ ਦੋਸਤਾਂ ਦੀ ਸੰਗਤ ਦੇ ਵਿੱਚ ਉਸ ਮੁੰਡੇ ਨੇ ਜ਼ਿਆਦਾ ਸ਼ਰਾਬ ਪੀਣੀ ਸ਼ੁਰੂ ਕਰਤੀ. He had also become a smacky in his last days. ਤੇ ਅਖੀਰਲੇ ਦਿਨਾਂ ਵਿੱਚ ਉਹ ਨਸ਼ੇ ਵੀ ਕਰਨਾ ਸ਼ੁਰੂ ਕਰ ਚੁੱਕਿਆ ਸੀ. Due to excessive drinking, his liver got damaged completely. ਤੇ ਜ਼ਿਆਦਾ ਪੀਣ ਕਰਕੇ ਉਹਦਾ ਜਿਹੜਾ ਲਿਵਰ ਹੈ ਉਹ ਪੂਰੀ ਤਰੀਕੇ ਦੇ ਨਾਲ ਖਰਾਬ ਹੋ ਗਿਆ ਸੀ ਤੇ ਉਹਦੀ ਮੌਤ ਹੋ ਗਈ ਸੀ. ਚੌਥਾ, if you were one of the friends in the story, ਜੇਕਰ ਤੁਸੀਂ ਕਹਾਣੀ ਦੇ ਵਿੱਚ ਉਸਦੇ ਇੱਕ ਦੋਸਤ ਹੁੰਦੇ, how would you treat your drunken friend? ਤਾਂ ਤੁਸੀਂ ਆਪਣੇ ਸ਼ਰਾਬੀ ਦੋਸਤ ਦੇ ਨਾਲ ਕਿਵੇਂ ਪੇਸ਼ ਆਉਂਦੇ? And what would you do to drag him out of the drug crisis? ਤੇ ਇਸ ਨਸ਼ੇ ਦੇ ਸੰਕਟ ਦੇ ਵਿੱਚੋਂ ਉਹਨੂੰ ਬਾਹਰ ਕੱਢਣ ਦੇ ਲਈ ਤੁਸੀਂ ਕੀ ਕਰਦੇ? ਤੇ ਮੈਂ ਇੱਥੇ ਲਿਖਿਆ, if I was his friend, ਜੇਕਰ ਮੈਂ ਉਸਦਾ ਦੋਸਤ ਹੁੰਦਾ, I would have told him about the ill effects of alcohol. ਤੇ ਮੈਂ ਉਸਨੂੰ ਸ਼ਰਾਬ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਦਾ, ਜਾਗਰੂਕ ਕਰਦਾ. And how it could ruin his entire family. ਤੇ ਇਹ ਜਿਹੜੀ ਦਾਰੂ ਹੈ ਕਿਸ ਤਰੀਕੇ ਦੇ ਨਾਲ ਉਸਦੀ ਪੂਰੀ ਜਿਹੜੀ ਜ਼ਿੰਦਗੀ ਹੈ, ਉਹਦੀ ਫੈਮਿਲੀ ਹੈਗੀ ਹੈ, ਪਰਿਵਾਰ ਹੈ, ਉਸਨੂੰ ਖਤਮ ਕਰ ਸਕਦੀ ਹੈ. If he had been addicted to drugs, I would have tried to get medical help for him to help him get rid of his addiction.
ਤੇ ਜੇ ਉਹ ਨਸ਼ੇ ਦਾ ਆਦੀ ਹੁੰਦਾ ਤਾਂ ਮੈਂ ਉਸ ਲਈ ਡਾਕਟਰੀ ਸਹਾਇਤਾ ਲੈਣ ਦੀ ਕੋਸ਼ਿਸ਼ ਕਰਦੀ ਤੇ ਉਸ ਦੀ ਲੱਤ ਨੂੰ ਛੁਡਾਉਣ ਦੇ ਵਿੱਚ ਵੀ ਉਸ ਦੀ ਮਦਦ ਕਰਦੀ। ਠੀਕ ਹੈ, ਇੱਥੇ ਲਿਖਿਆ ਹੈ ਆਫਟਰ ਕੰਪਲੀਟਿੰਗ ਦੀ ਅਬਵ ਐਕਟੀਵਿਟੀਜ਼ on the basis of story analysis the students will complete the following worksheet। ਜਿਵੇਂ ਉੱਤੇ ਕਹਾਣੀ ਦੇ ਨਾਲ ਸੰਬੰਧਿਤ ਸਵਾਲ ਸੀਗੇ ਤੇ ਤੁਸੀਂ ਐਕਟੀਵਿਟੀ ਪੂਰੀ ਕੀਤੀ ਹੈ, ਉਵੇਂ ਹੀ ਉਹ ਚੀਜ਼ ਕਰਨ ਤੋਂ ਬਾਅਦ ਬੱਚੇ ਇਹ ਵਾਲੀ ਜਿਹੜੀ ਵਰਕਸ਼ੀਟ ਹੈ ਉਹ ਵੀ ਪੂਰੀ ਕਰਨਗੇ। ਚਲੋ ਦੇਖਦੇ ਹਾਂ ਕੀ ਹੈਗਾ। ਬੇਸਡ ਔਨ ਦ ਸਟੋਰੀ, ਜਿਹੜੀ ਆਪਾਂ ਕਹਾਣੀ ਪੜ੍ਹੀ ਹੈ ਸਨਸ ਗ੍ਰੇਵ, ਪੁੱਤ ਦੀ ਕਬਰ, fill in the following blanks in your own words in such a way that the given passage conveys the message of the happy life of a good person। ਤੇ ਇਹ ਜਿਹੜੇ ਖਾਲੀ ਸ਼ਬਦ ਇੱਥੇ ਸਥਾਨ ਦਿੱਤੇ ਹੋਏ ਨੇ ਉਹਨਾਂ ਵਿੱਚ ਸ਼ਬਦ ਪੜ੍ਹਨੇ ਨੇ ਵੀ ਸਟੋਰੀ ਇਹ ਜੀ ਬਣੇ ਵੀ ਮੈਸੇਜ ਇਹ ਜਿਹਾ ਮਿਲੇ ਸਾਰਿਆਂ ਨੂੰ ਵੀ ਇੱਕ ਖੁਸ਼ਹਾਲ ਜੀਵਨ ਦਾ ਉਦੇਸ਼ ਕੀ ਹੁੰਦਾ ਹੈ। Following the advice of his mother, the younger son stays away from। ਮਾਂ ਦੀ ਸਲਾਹ ਮੰਨਦੇ ਹੋਏ ਛੋਟਾ ਪੁੱਤਰ ਕਿਹੜੀ ਚੀਜ਼ ਤੋਂ ਦੂਰ ਰਹਿੰਦਾ ਹੈ? ਐਲਕੋਹਲ, ਸ਼ਰਾਬ ਤੋਂ। and spends a happy and respectful life with his family। ਤੇ ਆਪਣੇ ਪਰਿਵਾਰ ਦੇ ਨਾਲ ਉਹ ਇੱਕ ਖੁਸ਼ਹਾਲ ਤੇ ਆਦਰ ਭਰਿਆ ਜੀਵਨ ਬਤੀਤ ਕਰਦਾ ਹੈ। The father was accustomed to, ਪਿਤਾ ਨੂੰ ਕੀ ਪੀਣ ਦੀ ਆਦਤ ਸੀ? ਐਲਕੋਹਲ, ਸ਼ਰਾਬ। Had the father not been drinking and not asked his elder son to drink alcohol, ਜੇ ਪਿਓ ਨਾ ਪੀਂਦਾ ਹੁੰਦਾ ਤੇ ਪੁੱਤ ਨੂੰ ਨਾ ਲੱਤ ਲਾਂਦਾ ਪੀਣ ਦੀ, his son would not have died। ਉਹਦੇ ਜਿਹੜਾ ਪੁੱਤ ਹੈ ਉਹ ਨਹੀਂ ਮਰਦਾ। and his family would have remained, ਤੇ ਪਰਿਵਾਰ ਕਿਹੋ ਜਿਹਾ ਰਹਿੰਦਾ? happy, ਖੁਸ਼ਹਾਲ। when I become a father, ਜਦੋਂ ਮੈਂ ਪਿਓ ਬਣਾਂਗਾ, I will keep my kids away from, मैं अपने बच्चों को किस चीज तो दूर रखांगा? अल्कोहल तो, because it has a, क्योंकि उसका एक adverse माड़ा इफेक्ट होता है on the whole family, पूरे परिवार ते। इत्थे family दी members ते, on the whole family members and family ਪ੍ਰੋਸਪੈਰਿਟੀ ਜਾਂ ਹੈਪੀਨੈਸ, ਖੁਸ਼ਹਾਲੀ ਦੇ ਵਿੱਚ ਵੀ ਤਰੱਕੀ ਦੇ ਵਿੱਚ ਵੀ ਮਾੜਾ ਅਸਰ ਹੁੰਦਾ ਹੈ। ਐਜ਼ ਅ ਗੁੱਡ ਫਰੈਂਡ, ਇੱਕ ਚੰਗਾ ਦੋਸਤ ਹੁੰਦੇ ਹੋਏ, I will lead my friend on the right path along with a right company। ਵੀ ਇੱਕ ਚੰਗਾ ਦੋਸਤ ਹੁੰਦੇ ਹੋਏ ਆਪਣੇ ਦੋਸਤ ਨੂੰ ਮੈਂ ਇੱਕ ਸਹੀ ਰਸਤਾ ਦਿਖਾਉਂਦਾ, ਸਹੀ ਕੰਪਨੀ ਮਤਲਬ ਆਪਣੀ ਰੱਖਦਾ। A father loses his elder son forever because of alcohol। ਵੀ ਇੱਕ ਪਿਓ ਨੇ ਸ਼ਰਾਬ ਕਰਕੇ ਆਪਣੇ ਵੱਡੇ ਪੁੱਤ ਨੂੰ ਹਮੇਸ਼ਾ ਦੇ ਲਈ ਖੋ ਦਿੱਤਾ। The role of the teacher will only be that of a guide and facilitator in the activities given above। ਅਧਿਆਪਕ ਦੀ ਜਿਹੜੀ ਭੂਮਿਕਾ ਹੈਗੀ ਹੈ ਉਪਰੋਕਤ ਦਿੱਤੀਆਂ ਗਤੀਆਂ ਵਿਧੀਆਂ ਵਿੱਚ ਉਹ ਕੇਵਲ ਇੱਕ ਮਦਦਗਾਰ ਦੀ ਹੋਏਗੀ, ਇੱਕ ਸਹਾਇਕ ਦੀ ਹੋਏਗੀ। Based on the story, the active role of the students will create awareness against drugs। ਤੇ ਜਿਹੜੀ ਕਹਾਣੀ ਦੱਸੀ ਗਈ ਹੈ, ਕਹਾਣੀ ਦੇ ਆਧਾਰ ਤੇ ਵਿਦਿਆਰਥੀਆਂ ਦੀ ਜਿਹੜੀ ਭੂਮਿਕਾ ਹੈਗੀ ਹੈ ਉਹ ਇਹ ਜੀ ਹੋਏਗੀ ਵੀ ਉਹਨਾਂ ਨੂੰ ਨਸ਼ਿਆਂ ਦੇ ਖਿਲਾਫ ਇੱਕ ਅਵੇਅਰਨੈਸ ਮਿਲੇਗੀ, ਹੈ ਨਾ, ਨਸ਼ਿਆਂ ਵਿਰੁੱਧ ਇੱਕ ਜਾਗਰੂਕਤਾ ਪੈਦਾ ਹੋਏਗੀ। and motivate others to stay away from drugs after understanding the causes of drug addiction। ਤੇ ਜੇ ਉਹ ਇਹ ਐਕਟੀਵਿਟੀ ਕਰਨਗੇ ਤਾਂ ਨਸ਼ਿਆਂ ਦੇ ਕਾਰਨ ਜੋ ਨੁਕਸਾਨ ਹੁੰਦਾ ਹੈ ਉਹਦੇ ਬਾਰੇ ਲੋਕਾਂ ਨੂੰ ਜਾਗਰੂਕ ਕਰ ਸਕਦੇ ਨੇ। ਲੋਕਾਂ ਨੂੰ ਕਹਿਣਗੇ ਵੀ ਨਸ਼ਿਆਂ ਤੋਂ ਦੂਰ ਰਹੋ ਕਿਉਂਕਿ ਇਹਦੇ ਨਾਲ ਲੱਤ ਲੱਗ ਜਾਂਦੀ ਹੈ, ਉਹਦੇ ਕੀ ਨੁਕਸਾਨ ਹੁੰਦੇ ਨੇ। become responsible parents, ਤੇ ਬੱਚੇ ਜਿਹੜੇ ਨੇ ਜ਼ਿੰਮੇਦਾਰ ਮਾਪੇ ਵੀ ਬਣ ਜਾਣਗੇ ਹੌਲੀ ਹੌਲੀ। stay away from the deadly effects of drugs and build a healthy society। ਤੇ ਜਿਹੜੇ ਬੱਚੇ ਹੈਗੇ ਨੇ ਦੇਖੋ ਅੱਗੇ ਜਾ ਕੇ ਤਾਂ ਉਹ ਆਪ ਸਮਝਦਾਰ ਹੋਣਗੇ ਹੀ ਹੋਣਗੇ, ਸਗੋਂ ਉਹ ਬਾਕੀਆਂ ਨੂੰ ਕਹਿਣਗੇ ਵੀ ਨਸ਼ਿਆਂ ਤੋਂ ਦੂਰ ਰਹੋ। ਰਿਸਪੌਂਸਿਬਲ ਪੈਰੈਂਟਸ ਬਣੋ, ਦੇਖੋ ਆਪ ਵੀ ਉਹ ਇੱਕ ਗੁਣ ਜਿਹੜੇ ਹੈਗੇ ਨੇ ਇੰਬਾਈਬ ਕਰਨਗੇ ਪਰ ਬਾਕੀਆਂ ਪੈਰੈਂਟਸ ਨੂੰ ਵੀ ਜਾਗਰੂਕ ਕਰਨਗੇ ਵੀ ਕਿਵੇਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਦੂਰ ਰੱਖਣਾ ਹੈ ਨਾ,
ਇਹਨਾਂ ਚੀਜ਼ਾਂ ਦੇ ਕਿਹੜੇ ਮਾੜੇ ਅਸਰ ਹੁੰਦੇ ਨੇ ਤੇ ਨਾਲ ਦੀ ਨਾਲ ਇੱਕ ਵਧੀਆ ਸਮਾਜ ਦਾ ਨਿਰਮਾਣ ਕਰਨ ਦੇ ਵਿੱਚ ਵੀ ਮਦਦ ਕਰਨਗੇ, ਜਿਹੜਾ ਸਿਹਤਮੰਦ ਸਮਾਜ ਹੋਏਗਾ। ਕਮ ਲੈਟ ਅਸ ਰਿਨਾਊਂਸ ਸੋਸ਼ਲ ਈਵਲਸ। ਆਓ ਜਿਹੜੇ ਨਸ਼ੇ ਹੈਗੇ ਨੇ ਉਹਨਾਂ ਨੂੰ ਛੱਡੀਏ and enjoy a joyful and prosperous life like that of nature। ਤੇ ਨਾਲ ਦੀ ਨਾਲ ਇੱਕ ਖੁਸ਼ਹਾਲ ਤੇ ਇੱਕ ਵਧੀਆ ਤਰੱਕੀ ਵਾਲੀ ਜ਼ਿੰਦਗੀ ਜਿਹੜੀ ਹੈ ਉਹਦਾ ਆਨੰਦ ਮਾਣੀਏ, ਜਿਵੇਂ ਕਿ ਕੁਦਰਤ ਆਪਣਾ ਆਨੰਦ ਮਾਣਦੀ ਹੈ। ਠੀਕ ਹੈ ਬੇਟਾ, ਇਹ ਸੀਗੀ ਅੱਜ ਦੀ ਕਲਾਸ। ਮੈਂ ਉਮੀਦ ਕਰਦੀ ਹਾਂ ਕਾਫੀ ਜਾਗਰੂਕਤਾ ਪੈਦਾ ਹੋਈ ਹੋਏਗੀ ਤੁਹਾਡੇ ਵਿੱਚ ਇਸ ਚੈਪਟਰ ਨਾਲ। ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਆਪਾਂ ਫੇਰ ਮਿਲਾਂਗੇ ਅਗਲੇ ਚੈਪਟਰ ਦੇ ਨਾਲ। ਟਿਲ ਦੈਨ ਟੇਕ ਕੇਅਰ, ਬਾਏ ਬਾਏ।